ਢਿੱਲੋਂ ਜੀ ਜੋ ਪੰਜਾਬ ਸਰਕਾਰ ਦੇ ਵੱਲੋਂ ਸੂਬਾ ਭਰ ਦੇ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਗਏ ਨੇ। ਜੇਕਰ ਉਹਨਾਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਗਿਣਤੀ ਵੱਧ ਕੇ 100 ਹੋ ਚੁੱਕੀ ਹੈ। 75 ਦੀ ਗੱਲ ਹੋਈ ਸੀ, ਹੁਣ 100 ਆ ਗਿਆ। ਪਰ ਦੂਜੇ ਪਾਸੇ 100 ਤੋਂ ਵੱਧ ਡਾਕਟਰਾਂ ਨੇ ਅਸਤੀਫੇ ਦਿੱਤੇ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜੋ ਚਿੱਠੀ ਲਿਖੀ ਆ, ਉਹ ਚਿੱਠੀ ਕਾਫੀ ਚਰਚਾ ਦਾ ਵਿਸ਼ਾ ਬਣੀ। ਦੂਜੇ ਸ਼੍ਰੋਮਣੀ ਕਮੇਟੀ ਵਾਲੇ ਸਾਰੇ ਬੈਠੇ ਸੀ। ਉਸ ਵੇਲੇ ਸਾਰਿਆਂ ਦੀ ਹਾਜ਼ਰੀ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਸੀ ਕਿ ਜਥੇਦਾਰ ਜੀ, ਧਾਮੀ ਸਾਹਿਬ, ਤੁਸੀਂ ਇੱਕ ਪਰਿਵਾਰ ਦੀ ਸਰਪ੍ਰਸਤੀ ਛੱਡ ਦਿਓ, ਪੰਥਕ ਬਾਰੇ ਗੱਲਾਂ ਕਰੋ, ਅਸੀਂ ਨੰਗੇ ਪੈਰੀ ਤੁਹਾਡੇ ਨਾਲ ਚੱਲਣ ਨੂੰ ਤਿਆਰ ਹਾਂ। ਤੇ ਹੁਣ ਵੀ ਉਹਨਾਂ ਨੇ ਕਿਹਾ ਕਿ ਜਥੇਦਾਰ ਜੀ ਨੂੰ ਫਿਕਰ ਪਿਆ ਉਹ ਕਦੇ ਬਿਆਨ ਦਿੰਦੇ ਨੇ ਸਿੱਖਾਂ ਦਾ ਨੁਕਸਾਨ ਕਰ ਰਹੇ ਨੇ। ਉਹਨਾਂ ਦੀ ਨਜ਼ਰ ਦੇ ਵਿੱਚ ਇੱਕ ਪਰਿਵਾਰ ਤੇ ਉਹਨਾਂ ਦੇ ਜਿਹੜੇ ਚੇਲੇ ਚਪਟੇ ਨੇ ਉਹੀ ਸਿੱਖ ਨੇ। ਕਿਸਾਨ ਜਥੇਬੰਦੀ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਜਥੇਬੰਦੀ ਦਾ ਲਖੀਮਪੁਰ ਖੀਰੀ ਦੇ ਵਿੱਚ 72 ਘੰਟੇ ਦਾ ਧਰਨਾ ਸਮਾਪਤ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਮੰਚ ਤੇ ਆ ਕੇ ਇਹਨਾਂ ਨੂੰ ਭਰੋਸਾ। ਜ਼ਿਲ੍ਹਾ ਮੈਜਿਸਟ੍ਰੇਟ ਨੇ, ਉਹਨਾਂ ਦਾ ਨਾਮ ਆ ਮਹਿੰਦਰ ਬਹਾਦਰ ਟਕੈਤ ਸਾਹਿਬ ਨੇ ਪਰਸੋਂ ਬਹੁਤ ਸਖਤ ਸ਼ਬਦਾਂ 'ਚ ਚੇਤਾਵਨੀ ਦਿੱਤੀ ਸੀਗੀ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਤੇ ਜ਼ਿਲ੍ਹਾ ਪ੍ਰਸ਼ਾਸਨ। ਉਹਨਾਂ ਨੇ ਭਰੋਸਾ ਦਿੱਤਾ ਕਿ ਸਤੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਅਸੀਂ ਤੁਹਾਡੀ ਗੱਲਬਾਤ ਸਰਕਾਰ ਦੇ ਨਾਲ, ਕੇਂਦਰ ਦੇ ਨਾਲ ਕਰਵਾ ਦੇਵਾਂਗੇ। ਬੁੱਢੇ ਨਾਲੇ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਜਿਹੜਾ ਲੁਧਿਆਣਾ ਦਾ ਦੂਸ਼ਿਤ ਪਾਣੀ ਪੈ ਰਿਹਾ ਸੀ, ਉਸ ਨੂੰ ਰੋਕਿਆ ਗਿਆ। ਅੱਜ ਪੈਰ ਦੇ ਉੱਤੇ ਕਾਲਾ ਪੀਲੀਆ, ਅੱਜ ਪੈਰ ਦੇ ਉੱਤੇ ਜਿਹੜਾ ਕੈਂਸਰ ਵਰਗੀ ਨਾਮਰਾਦ ਬਿਮਾਰੀ ਨੇ ਪੈਰ ਪਸਾਰ ਲਏ ਨੇ। ਪੰਜਾਬੀ ਯੂਨੀਵਰਸਿਟੀ ਤੇ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸਤਲੁਜ ਦਰਿਆ ਦਾ ਬਹੁਤ ਵੱਡੀ ਪੱਧਰ ਦੇ ਉੱਤੇ ਮੁਆਇਨਾ ਕੀਤਾ, ਰਿਪੋਰਟਾਂ ਇਕੱਠੀਆਂ ਕੀਤੀਆਂ। ਇਹਨਾਂ ਦਾ ਕੰਮ ਹੀ ਨਹੀਂ ਹੈਗਾ ਕਿ ਪੰਜਾਬ ਵਾਸੀਆਂ ਨੂੰ ਅਸੀਂ ਇਹਨਾਂ ਤੋਂ ਬਚਾਉਣਾ ਹੈ। ਇਸੇ ਕਰਕੇ ਕਦੇ ਲੰਪੀ ਸਕਿਨ, ਕਦੇ ਸੂਰਾਂ ਦੇ ਵਿੱਚ ਦੱਖਣੀ ਸਵਾਈਨ ਬੁਖਾਰ ਤੇ ਕਦੇ ਹੋਰ ਬਿਮਾਰੀਆਂ ਪੈਦਾ ਹੋ ਰਹੀਆਂ ਨੇ। ਢਿੱਲੋਂ ਜੀ, ਦੇਸ਼ ਭਰ ਦੇ 1082 ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਿੱਤੇ ਗਏ ਰਾਸ਼ਟਰਪਤੀ ਪੁਲਿਸ ਮੈਡਲ। 1082 ਦੇ ਕਰੀਬ ਪੁਲਿਸ ਦੇ ਅਧਿਕਾਰੀਆਂ ਨੂੰ ਤੇ ਕਰਮਚਾਰੀਆਂ ਨੂੰ ਇਹਨਾਂ ਇਨਾਮਾਂ ਲਈ ਚੁਣਿਆ ਗਿਆ, ਜਿਨ੍ਹਾਂ ਨੇ ਚੰਗੀਆਂ ਕਾਰਗੁਜ਼ਾਰੀਆਂ ਕੀਤੀਆਂ ਸੀ। ਚਲੋ ਮਾੜੇ ਮੋਟੇ ਜਿਹੜੇ ਵੱਡੇ ਅਫਸਰਾਂ ਦੇ ਚਹੇਤੇ ਹੁੰਦੇ ਆ, ਉਹਨਾਂ ਨੂੰ ਵੀ ਦੇ ਦਿੱਤਾ ਜਾਂਦਾ ਹੈ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੋੜ। ਇਸ ਪ੍ਰੋਗਰਾਮ ਦੇ ਵਿੱਚ ਪੂਰੇ ਹਫ਼ਤੇ ਭਰ ਦੀਆਂ ਉਹਨਾਂ ਵੱਡੀਆਂ ਖਬਰਾਂ ਤੇ ਨਜ਼ਰ ਮਾਰਦੇ ਹਾਂ ਜਿਨ੍ਹਾਂ ਖਬਰਾਂ ਕਰਕੇ ਪੂਰਾ ਹਫ਼ਤਾ ਕਾਫੀ ਸਰਗਰਮ ਰਿਹਾ ਹੋਵੇ। ਜੇਕਰ ਪਿਛਲੇ ਹਫ਼ਤੇ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਹਫ਼ਤੇ ਦੇ ਵਿੱਚ ਕਈ ਅਜਿਹੀਆਂ ਵੱਡੀਆਂ ਖਬਰਾਂ ਰਹੀਆਂ ਜਿਸ ਕਰਕੇ ਪੂਰਾ ਹਫ਼ਤਾ ਉਹ ਗਰਮ ਰਿਹਾ। ਸੋ ਕਿਹੜੀਆਂ ਵੱਡੀਆਂ ਖਬਰਾਂ ਸੀ, ਉਹਨਾਂ ਤੇ ਅੱਜ ਅਸੀਂ ਨਜ਼ਰ ਮਾਰਾਂਗੇ। ਸੋ ਇਹਨਾਂ ਪੂਰੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਢਿੱਲੋਂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ, ਬਹੁਤ-ਬਹੁਤ ਮਿਹਰਬਾਨੀ ਜੀ। ਢਿੱਲੋਂ ਜੀ, ਜੇਕਰ ਪਿਛਲੇ ਹਫ਼ਤੇ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਹਫ਼ਤੇ ਦੇ ਵਿੱਚ ਅਨੇਕਾਂ ਅਜਿਹੀਆਂ ਖਬਰਾਂ ਰਹੀਆਂ ਨੇ ਜਿਸ ਕਰਕੇ ਪੂਰਾ ਹਫ਼ਤਾ ਕਾਫੀ ਗਰਮਾਇਆ ਰਿਹਾ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਦੇਸ਼ ਭਰ ਦੇ ਵਿੱਚ ਆਜ਼ਾਦੀ ਦਿਵਸ ਪੂਰੇ ਧੂਮ-ਧਾਮ ਨਾਲ ਮਨਾਇਆ ਗਿਆ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਜਪਾਲ ਭਗਵੰਤ ਮਾਨ ਤੇ ਹੋਰਨਾਂ ਦੇ ਵੱਲੋਂ ਵਧਾਈ ਦਿੱਤੀ ਗਈ ਤੇ ਸੰਦੇਸ਼ ਵੀ ਜਾਰੀ ਕੀਤੇ ਗਏ ਸਨ। ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇਸ਼ ਵਾਸੀਆਂ ਨੇ ਮਨਾਈ। ਇਸ ਮਾਮਲੇ ਦੇ ਵਿੱਚ ਜਿੱਥੇ ਪ੍ਰਧਾਨ ਮੰਤਰੀ ਸਾਹਿਬ ਨੇ ਆਪਣਾ ਸੰਦੇਸ਼ ਦਿੱਤਾ, ਔਰਤਾਂ ਦੇ ਸਨਮਾਨ ਦੀ ਗੱਲ ਕੀਤੀ, ਉੱਥੇ ਹੀ ਸਾਡੇ ਰਾਸ਼ਟਰਪਤੀ ਪਹਿਲੀ ਵਾਰ ਦ੍ਰੋਪਦੀ ਮੁਰਮੂ, ਇੱਕ ਦਿਨ ਪਹਿਲਾਂ ਉਹਨਾਂ ਨੇ 14 ਅਗਸਤ ਨੂੰ ਦੇਸ਼ ਵਾਸੀਆਂ ਦੇ ਨਾਂ ਉੱਤੇ ਆਪਣਾ ਸੰਦੇਸ਼ ਦਿੱਤਾ ਕਿ ਭਾਰਤ ਦਾ ਲੋਕਤੰਤਰ ਬਹੁਤ ਵੱਡਾ ਹੈ। ਇਸ ਲੋਕਤੰਤਰ ਦੀ ਬਹੁਤ ਪਾਸੇ ਉਦਾਹਰਨ ਦਿੱਤੀ ਜਾ ਰਹੀ ਹੈ। ਦ੍ਰੋਪਦੀ ਮੁਰਮੂ ਦਾ ਇਹ ਪਹਿਲਾ ਸੰਦੇਸ਼ ਸੀ ਕਿਉਂਕਿ ਉਹ ਜਿਹੜੇ ਕਬੀਲੀ ਇਲਾਕੇ ਆਉਂਦੇ ਆ ਉਹਨਾਂ ਦੇ ਵਿੱਚੋਂ ਆਏ ਨੇ। ਦੇਸ਼ ਦੇ ਦੂਜੇ ਔਰਤ ਰਾਸ਼ਟਰਪਤੀ ਨੇ। ਇਸ ਤੋਂ ਪਹਿਲਾਂ ਸਾਡੇ ਕੋਲ ਪ੍ਰਤਿਭਾ ਦੇਵੀ ਸਿੰਘ ਪਾਟਲ ਵੀ ਰਾਸ਼ਟਰਪਤੀ ਰਹਿ ਚੁੱਕੇ ਨੇ। ਪ੍ਰਧਾਨ ਮੰਤਰੀ ਸਾਹਿਬ ਹਰ ਵਾਰ ਲਾਲ ਕਿਲੇ ਤੇ ਕੌਮੀ ਝੰਡਾ ਲਹਿਰਾਉਂਦੇ ਨੇ ਤੇ ਉਸ ਤੋਂ ਬਾਅਦ ਸੰਦੇਸ਼ ਦਿਆ ਕਰਦੇ ਆ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਤੇ ਅਕਸਰ ਤੰਜ ਕੱਸਦੇ ਹੁੰਦੇ ਆ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਭਾਸ਼ਣ ਤਾਂ ਉੱਥੋਂ ਦੇ ਪਰਿੰਦਿਆਂ ਨੂੰ, ਕਬੂਤਰਾਂ ਨੂੰ ਵੀ ਯਾਦ ਹੋ ਗਿਆ ਹੋਣਾ, ਕਿਉਂਕਿ ਉਹ ਉਹੀ ਭਾਸ਼ਣ ਬਾਰ-ਬਾਰ ਦੁਹਰਾਉਂਦੇ ਨੇ। ਸਿਆਸੀ ਲੋਕਾਂ ਦੀਆਂ ਆਪਣੀਆਂ ਗੱਲਾਂ ਨੇ। ਉਹਨਾਂ ਨੇ ਦੇਸ਼ ਦੀਆਂ ਕਈ ਉਪਲਬਧੀਆਂ ਦਾ ਜ਼ਿਕਰ ਵੀ ਕੀਤਾ ਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ ਤੇ ਆਪਣਾ ਸੰਦੇਸ਼ ਦਿੱਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬਾ ਪੱਧਰੀ ਸਮਾਗਮ ਲੁਧਿਆਣੇ ਦੇ ਵਿੱਚ ਕਰਵਾਇਆ, ਜਿੱਥੇ ਉਹਨਾਂ ਨੇ ਸ਼ਿਰਕਤ ਕੀਤੀ, ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ। ਉੱਥੇ ਉਹਨਾਂ ਨੇ ਆਮ ਆਦਮੀ ਪਾਰਟੀ ਦੀਆਂ 5 ਮਹੀਨੇ ਦੀਆਂ ਉਪਲਬਧੀਆਂ, ਭਵਿੱਖ ਦੀਆਂ ਯੋਜਨਾਵਾਂ ਵਗੈਰਾ ਵਗੈਰਾ ਦੇ ਉੱਤੇ ਕਾਫੀ ਖੁੱਲ੍ਹ ਕੇ ਗੱਲ ਕੀਤੀ ਸੀ। ਉਸ 'ਤੇ ਭਾਵੇਂ ਕੁਝ ਵਿਰੋਧਤਾ ਵੀ ਹੋਈ, ਪਰ ਉਹਨਾਂ ਨੇ ਉਸੇ ਦਿਨ ਪਿੰਡ ਈਸੜੂ ਦੇ ਵਿੱਚ ਆ ਕੇ ਸਾਡੇ ਸ਼ਹੀਦ ਕਰਨੈਲ ਸਿੰਘ ਈਸੜੂ, ਜਿਹਦੇ ਬਾਰੇ ਕਿਹਾ ਕਿ ਉਹਦਾ ਵੱਡੇ ਪੱਧਰ ਤੇ ਸਮਾਗਮ ਨਹੀਂ ਕਰਨਾ ਕਿਉਂਕਿ ਖਰਚ ਬਹੁਤ ਹੋ ਜਾਂਦਾ ਹੈ। ਸਰਕਾਰ ਬਣਨ ਤੋਂ ਪਹਿਲਾਂ 13 ਮਾਰਚ ਨੂੰ ਅਜੇ ਸਰਕਾਰ ਨੇ ਸਹੁੰ ਨਹੀਂ ਚੁੱਕੀ ਸੀ, ਉੱਥੇ ਉਹ 14-15 ਲੱਖ ਰੁਪਇਆ ਖਰਚ ਕਰ ਸਕਦੇ ਆ ਸਰਕਾਰੀ ਖਾਤੇ 'ਚੋਂ। ਇੱਥੇ ਕਹਿੰਦੇ ਅਸੀਂ ਇਕੱਠ-ਵੱਠ ਨਹੀਂ ਕਰਨਾ। ਹੋਰ ਰਾਜਸੀ ਪਾਰਟੀਆਂ ਵੀ ਉੱਥੇ ਇਕੱਠ-ਵੱਠ ਕਰਦੀਆਂ ਨੇ। ਇਸੇ ਤਰ੍ਹਾਂ ਬਾਬਾ ਬਕਾਲਾ 'ਚ ਰੱਖੜ ਪੁੰਨਿਆ ਦਾ ਤਿਉਹਾਰ ਵੀ ਆਇਆ ਸੀ, ਉੱਥੇ ਆਮ ਆਦਮੀ ਪਾਰਟੀ ਨੇ ਸਮਾਗਮ ਕੀਤੇ, ਦੂਜਿਆਂ ਨੇ ਨਹੀਂ ਕੀਤੇ। ਸੋ ਭਗਵੰਤ ਮਾਨ ਸਾਹਿਬ ਉਸੇ ਦਿਨ ਲੁਧਿਆਣੇ ਤੋਂ ਹੀ ਆਪਣੇ ਹੋਰ ਸਮਾਗਮਾਂ ਦਾ ਆਗਾਜ਼ ਕਰਦੇ ਨੇ। ਸੋ ਆਜ਼ਾਦੀ ਦੇ ਉੱਤੇ ਅਸੀਂ ਇਹੋ ਹੀ ਕਹਾਂਗੇ ਕਿ ਜਿਹੜੀਆਂ ਸੁਪਨਿਆਂ ਨੂੰ ਲੈ ਕੇ ਸਾਡੇ ਦੇਸ਼ ਦੇ ਸ਼ਹੀਦਾਂ ਨੇ ਕੁਝ ਮਨ ਦੇ ਵਿੱਚ ਬਲਬਲੇ ਸੀ, ਅਸੀਂ ਉਹਨਾਂ ਬਲਬਲਿਆਂ ਤੇ ਖਰੇ ਨਹੀਂ ਉਤਰ ਸਕੇ। ਦੇਸ਼ ਆਜ਼ਾਦ ਤਾਂ ਹੋ ਗਿਆ, ਪਰ ਜਿਹੜੀਆਂ ਭਾਈ ਲਾਲੋ ਤੇ ਮਲਕ ਭਾਗੋਆਂ ਦਾ ਬੋਲਬਾਲਾ ਹੈਗਾ, ਭਾਈ ਲਾਲੋਆਂ ਨੂੰ ਦਵਾਇਆ ਜਾ ਰਿਹਾ, ਜਦੋਂ ਕਿ ਸਾਡੇ ਗੁਰੂਆਂ ਨੇ ਤਰਜੀਹ ਭਾਈ ਲਾਲੋਆਂ ਨੂੰ ਦਿੱਤੀ ਸੀ। ਗੁਰੂ ਦੀਆਂ ਗੋਲਕਾਂ ਬਾਰੇ ਵੀ ਇਹ ਕਿਹਾ ਸੀ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ, ਪਰ ਇਹ ਹੁਕਮਰਾਨ ਉਸ ਪਾਸੇ ਵੱਲ ਤੁਰ ਨਹੀਂ ਸਕੇ। ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਬੇਰੁਜ਼ਗਾਰੀ, ਬੇਕਾਰੀ ਜਾਂ ਧਰਮਾਂ ਜਾਤਾਂ ਫਿਰਕਿਆਂ ਦੇ ਨਾਂ 'ਤੇ ਲੜਾਈਆਂ ਜਿਉਂਦੀ ਤਿਉਂ ਨੇ, ਇਹ ਤਾਂ ਕਦੇ ਸਾਡੇ ਸ਼ਹੀਦਾਂ ਨੇ ਸੋਚਿਆ ਨਹੀਂ ਸੀ। ਅਸੀਂ ਕੀ ਇਹਦੇ ਵਿੱਚੋਂ ਖੱਟਿਆ, ਇਸ ਆਜ਼ਾਦੀ ਦੇ ਵਿੱਚੋਂ। ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਈ ਹੈ, ਤੇ ਜਦੋਂ 45ਵੀਂ ਵਰ੍ਹੇਗੰਢ ਮਨਾਈ ਸੀ, ਉਸੇ ਵੇਲੇ ਹੀ ਅਸੀਂ ਉਹਨਾਂ ਅੰਗਰੇਜ਼ਾਂ ਨੂੰ ਜਿਨ੍ਹਾਂ ਨੂੰ ਬਾਹਰ ਕੱਢਿਆ ਸੀ, ਉਹਨਾਂ ਵੱਲ ਵੱਡੀ ਪੱਧਰ ਦੇ ਉੱਤੇ ਜਾ ਕੇ ਕਮਰ ਕਸੇ ਲਾ ਕੇ ਉਧਰ ਨੂੰ ਤੁਰ ਪਏ ਹਾਂ ਕਿ ਜਿਨ੍ਹਾਂ ਨੂੰ ਤੁਸੀਂ ਦੇਸ਼ ਫੜਾ ਕੇ ਗਏ ਸੀ, ਇਹ ਲੋਕ ਦੇਸ਼ ਚਲਾਉਣ ਦੇ ਕਾਬਲ ਨਹੀਂ, ਇਹਨਾਂ ਦੇ ਮਨਸੂਬੇ ਹੋਰ ਨੇ। ਇਸ ਕਰਕੇ ਅੰਗਰੇਜ਼ ਜੀ ਬਚਾਓ, ਅਸੀਂ ਦੁਬਾਰਾ ਗਲਤੀ ਕਰ ਲਈ, ਅਸੀਂ ਤਾਂ ਤੁਹਾਡੇ ਕੋਲ ਹੀ ਆਉਣ ਨੂੰ ਆ। ਭਾਵ ਕਿ ਵੱਡੇ ਪੱਧਰ ਦੇ ਉੱਤੇ ਸਾਡੇ ਲੋਕ ਹਰ ਰੋਜ਼ ਜਹਾਜ਼ ਭਰ ਭਰ ਕੇ ਭਾਰਤ ਦੀ ਕਰੰਸੀ ਚੱਕ ਕੇ ਪਾਇਆ ਮਾਇਆ ਲੈ ਕੇ ਉਹਨਾਂ ਦੇਸ਼ਾਂ ਦੇ ਵਿੱਚ ਹਿਜਰਤ ਕਰ ਰਹੇ ਨੇ। ਕਦੇ ਇਹਨਾਂ ਹੁਕਮਰਾਨਾਂ ਨੇ 4 ਮਿੰਟ ਸਿਰ ਜੋੜ ਕੇ ਸੋਚਿਆ? ਚਾਹੀਦਾ ਕਿ ਸਿਰ ਦੇ ਵਿੱਚ ਠੰਡੇ ਪਾਣੀ ਦੇ 4 ਜੱਗ ਪਾ ਕੇ ਇਸ ਪਾਸੇ ਵੀ ਸੋਚਣ। ਜੀ, ਬੁੱਢੇ ਨਾਲੇ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਜਿਹੜਾ ਲੁਧਿਆਣਾ ਦਾ ਦੂਸ਼ਿਤ ਪਾਣੀ ਪੈ ਰਿਹਾ ਸੀ, ਉਸ ਨੂੰ ਰੋਕਿਆ ਗਿਆ। ਅੱਜ ਪੈਰ ਪੈਰ ਦੇ ਉੱਤੇ ਕਾਲਾ ਪੀਲੀਆ, ਅੱਜ ਪੈਰ ਪੈਰ ਦੇ ਉੱਤੇ ਜਿਹੜਾ ਕੈਂਸਰ ਵਰਗੀ ਨਾਮਰਾਦ ਬਿਮਾਰੀ ਨੇ ਪੈਰ ਪਸਾਰ ਲਏ ਨੇ। ਜੀ, ਇਹ ਕਿੰਨਾ ਰਾਜਸੀ ਲੋਕ ਸਾਡੇ ਕਿੰਨਾ ਉਹਨਾਂ ਦੇ ਨਾਲ ਪਿੰਡਾਂ ਦੇ ਵਿੱਚ ਜਾ ਜਾ ਕੇ ਪ੍ਰਚਾਰ ਕਰਦੇ ਨੇ। ਪੰਜਾਬੀ ਯੂਨੀਵਰਸਿਟੀ ਤੇ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸਤਲੁਜ ਦਰਿਆ ਦਾ ਬਹੁਤ ਵੱਡੀ ਪੱਧਰ ਦੇ ਉੱਤੇ ਮੁਆਇਨਾ ਕੀਤਾ, ਰਿਪੋਰਟਾਂ ਇਕੱਠੀਆਂ ਕੀਤੀਆਂ। ਇਹਨਾਂ ਦਾ ਕੰਮ ਹੀ ਨਹੀਂ ਹੈਗਾ ਕਿ ਪੰਜਾਬ ਵਾਸੀਆਂ ਨੂੰ ਅਸੀਂ ਇਹਨਾਂ ਤੋਂ ਬਚਾਉਣਾ ਹੈ। ਇਸੇ ਕਰਕੇ ਕਦੇ ਲੰਪੀ ਸਕਿਨ, ਕਦੇ ਸੂਰਾਂ ਦੇ ਵਿੱਚ ਦੱਖਣੀ ਸਵਾਈਨ ਬੁਖਾਰ ਤੇ ਕਦੇ ਹੋਰ ਬਿਮਾਰੀਆਂ ਪੈਦਾ ਹੋ ਰਹੀਆਂ ਨੇ। ਇੱਥੋਂ ਤੱਕ ਕਿ ਜਿਹੜੇ ਬੱਚੇ ਪੈਦਾ ਹੁੰਦੇ ਨੇ, ਬਹੁਤ ਸਾਰੀਆਂ
ਸਾਰੇ ਮਰਦਾਂ ਦੇ ਵਿੱਚ ਅਜਿਹੀਆਂ ਨਾ ਬਰਾਦ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਜਿਹੜੀਆਂ ਮਰਦਾਂ ਨੂੰ ਉਹਨਾਂ ਦੇ ਮਰਦਪਣੇ ਤੋਂ ਵੀ ਵਾਂਝਿਆ ਕਰ ਰਹੀਆਂ ਨੇ। ਅੱਜ ਉਹਨਾਂ ਦਾ ਬਹੁਤ ਵੱਡੀ ਪੱਧਰ ਦੇ ਉੱਤੇ ਪ੍ਰਚਾਰ ਹੋ ਰਿਹਾ ਹੈ, ਚਿੰਤਾ ਵੀ ਜਤਾਈ ਜਾ ਰਹੀ ਹੈ। ਲਗਾਤਾਰ ਇਹ ਪਾਣੀ ਗਿਆ ਤਾਂ ਜਮਹੂਰੀ ਕਿਸਾਨ ਸਭਾ ਜਿਹਦੀ ਅਗਵਾਈ ਕਰਦੇ ਨੇ ਡਾਕਟਰ ਸਤਨਾਮ ਸਿੰਘ, ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਾ ਕੇ ਉਹ ਪਾਣੀ ਰੋਕਿਆ। ਤੁਸੀਂ ਦੇਖੋ ਸੰਤ ਬਲਵੀਰ ਸਿੰਘ ਸੀਚੇਵਾਲ ਸਾਹਿਬ ਨੂੰ ਇਹਨਾਂ ਨੇ ਰਾਜ ਸਭਾ ਦੇ ਵਿੱਚ ਲਿਜਾਇਆ, ਉਹਨਾਂ ਨੇ ਆਪਣੀਆਂ ਕੁਝ ਮੰਗਾਂ ਮਨਵਾਈਆਂ ਨਾ। ਉਹਨਾਂ ਨੇ ਜਾਂਦੇ ਜਾਂਦੇ ਸਾਡੇ ਉਪ ਰਾਸ਼ਟਰਪਤੀ ਵੈਂਕਟਈਆ ਨਾਇਡੂ ਜਿਹੜੇ ਸਾਬਕਾ ਹੋ ਗਏ ਨੇ, ਹੁਣ ਤਾਂ ਧਨਖੜ ਸਾਹਿਬ ਆ ਗਏ ਨੇ, ਉਹਨਾਂ ਨੂੰ ਕਿਹਾ ਕਿ ਮੈਂ ਪੰਜਾਬੀ 'ਚ ਬੋਲਣਾ ਹੈ ਤੇ ਮੈਨੂੰ ਲਿਟਰੇਚਰ ਵੀ ਪੰਜਾਬੀ 'ਚ ਮੁਹੱਈਆ ਕਰਾਇਆ ਜਾਵੇ, ਤੇ ਉਹਨਾਂ ਨੂੰ ਪੰਜਾਬੀ 'ਚ ਮੁਹੱਈਆ ਕਰਾਇਆ ਗਿਆ। ਕਿੰਨੇ ਥਾਵਾਂ ਦੇ ਉੱਤੇ ਉਹ ਨਦੀਆਂ ਨਾਲਿਆਂ ਦੀ ਸਫਾਈ ਦਾ ਜ਼ੋਰ ਪਾ ਰਹੇ ਨੇ ਕਿ ਜਿੰਨੇ ਸੰਤ ਮਹਾਤਮਾ ਧਾਰਮਿਕ ਆਗੂ ਇੱਥੇ ਪੈਦਾ ਕਰ ਲਏ ਨੇ ਸਨੇ, ਸਾਡੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਮੇਤ ਸਾਰੇ ਇਹ ਲੋਕ ਇਸ ਮਾਮਲੇ ਵੱਲ ਕੋਈ 5 ਪੈਸੇ ਵੀ ਪੂਣੀ ਗੋੜੇ ਚੋਂ ਕੱਥਦੇ ਹੈ। ਤੇ ਜੇ ਕਿਸਾਨ ਉਸ ਪਾਸੇ ਵੱਲ ਤੁਰੇ ਨੇ, ਸਮੁੱਚੀਆਂ ਕਿਸਾਨ ਜਥੇਬੰਦੀਆਂ ਨੇ ਹੁਣ ਏਜੰਡਾ ਚੱਕ ਲਿਆ ਕਿ ਜਿਹੜਾ ਪਾਣੀ ਦੂਸ਼ਿਤ ਪਾਣੀ ਧਰਤੀ ਦੇ ਵਿੱਚ ਪੈ ਰਿਹਾ, ਸੱਚਮੁੱਚ ਜੇ ਤੁਹਾਡਾ ਇਹ ਪਹਿਲਾਂ ਚੱਕਿਆ ਹੁੰਦਾ, ਬਹੁਤ ਸਾਰੀਆਂ ਫੈਕਟਰੀਆਂ ਵਾਲੇ ਅੰਦਰ ਖਾਤੇ ਬਹੁਤ ਸਾਰੀਆਂ ਗੱਲਾਂ ਕਰਦੇ ਆ, ਜਿਹਦਾ ਸਿੱਧਾ ਤੀਰ ਕਿਸਾਨ ਜਥੇਬੰਦੀਆਂ ਦੇ ਵੱਲ ਜਾਂਦਾ ਹੈ। ਮੈਂ ਨਹੀਂ ਕਹਿੰਦਾ ਕਿ ਉਹਨਾਂ ਨੇ ਕੀਤਾ ਹੋਵੇਗਾ, ਪਰ ਦਬੀ ਆਵਾਜ਼ ਦੇ ਵਿੱਚ ਇਹ ਚਰਚਾ ਹੈ। ਉਹਨਾਂ ਕਿਸਾਨ ਜਥੇਬੰਦੀਆਂ ਨੂੰ ਆਪਣੇ ਵਿੱਚੋਂ ਉਹਨਾਂ ਕਾਲੀਆਂ ਭੇਡਾਂ ਨੂੰ ਬਾਹਰ ਕੱਢਣਾ ਚਾਹੀਦਾ ਜਿਹੜੇ ਉਹਨਾਂ ਦੀ ਆੜ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੰਮ ਕਰਦੇ ਹੈ। ਤੇ ਜੇ ਹੁਣ ਸਾਰੀਆਂ ਹੀ ਕਿਸਾਨ ਜਥੇਬੰਦੀਆਂ, ਭਾਵੇਂ ਗੁਰਾਹਾਂ ਸਾਹਿਬ ਹੋਣ, ਰਾਜੇਵਾਲ ਸਾਹਿਬ ਹੋਣ, ਡਾਕਟਰ ਦਰਸ਼ਨਪਾਲ ਹੋਣ, ਮਨਜੀਤ ਸਿੰਘ ਰਾਏ ਹੋਣ, ਕਾਦੀਆਂ ਸਾਹਿਬ ਹੋਣ ਜਾਂ ਭਦੇਰ ਸਾਹਿਬ, ਜਿੰਨੇ ਵੀ ਨੇ ਇਹਨਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਤੇ ਦੂਜਾ ਜਿਹੜਾ ਹਰ ਸਾਲ ਅਸੀਂ ਇਹ ਠੂਠਾ ਮੰਗਣਾ ਸ਼ੁਰੂ ਕਰ ਦਿੰਦੇ ਆ ਕਿ ਦਿਓ ਮੁਆਵਜ਼ੇ, ਉਹ ਮੁਆਵਜ਼ਿਆਂ ਦੀ ਜੇ ਨੌਬਤੀ ਨਾ ਆਵੇ, ਜਿਹੜੇ ਟੋਭੇ ਪਾਣੀ ਦੀਆਂ ਜਲ ਨਿਕਾਸੀਆਂ ਇਹ ਸਾਰੀਆਂ ਕੁਝ ਅਸੀਂ ਰੋਕ ਲਈਆਂ, ਇਹਦਾ ਜ਼ਿੰਮੇਵਾਰ ਕੌਣ ਹੈ? ਉਹ ਅਸੀਂ ਲੋਕ ਜ਼ਿੰਮੇਵਾਰ ਹੈ। ਆ ਜਿਹੜਾ ਪਾਣੀ ਉੱਥੇ ਪੈ ਰਿਹਾ ਹੈ, ਇਹ ਕੱਲੀਆਂ ਸਰਕਾਰਾਂ ਨਹੀਂ, ਸਾਡੇ ਸਵਾਰਥ ਜ਼ਿੰਮੇਵਾਰ ਨੇ। ਜੇ ਪੰਜਾਬੀਆਂ ਨੂੰ ਪੁਰਾਣਾ ਪੰਜਾਬ ਬਣਾਉਣਾ ਹੈ, ਉਹੀ ਪੰਜਾਬ ਜਿਹੜਾ ਹੱਸਦਾ ਖੇਡਦਾ ਗੁਰੂਆਂ ਦੀ ਧਰਤੀ ਵਾਲਾ ਪੰਜਾਬ ਬਣਾਉਣਾ ਹੈ, ਤੇ ਫਿਰ ਸਾਨੂੰ ਕੁਝ ਸਖਤ ਕਦਮ ਚੱਕਣੇ ਪੈਣਗੇ ਤੇ ਉਹਨਾਂ ਵਿੱਚ ਸਹਿਯੋਗ ਵੀ ਦੇਣਾ ਪਊਗਾ। ਮੈਨੂੰ ਅੱਜ ਹੀ, ਵੈਸੇ ਤਾਂ ਪਿਛਲੇ ਕੁਝ ਦਿਨਾਂ ਤੋਂ ਇਹ ਰਿਪੋਰਟਾਂ ਆ ਰਹੀਆਂ ਨੇ ਕਿ ਜਿਹੜੀ ਲੰਪੀ ਸਕਿਨ ਨਾਂ ਦੀ ਬਿਮਾਰੀ ਹੈ, ਇਹਦੇ ਪੀੜਤ ਪਸ਼ੂਆਂ ਨੂੰ ਨਹਿਰਾਂ 'ਚ, ਨਾਲਿਆਂ 'ਚ, ਸੜਕਾਂ ਤੇ ਹੱਡਾਂ ਰੋੜੀਆਂ ਤੋਂ ਬਿਨਾਂ ਵੀ ਛੱਡਿਆ ਜਾ ਰਿਹਾ ਹੈ। ਇਸੇ ਤਰ੍ਹਾਂ ਸੂਰਾਂ ਨੂੰ, ਤੇ ਪ੍ਰਸ਼ਾਸਨ ਮੂਕ ਦਰਸ਼ਕ ਆ, ਜਿਹੜੇ ਲੋਕ ਉੱਥੇ ਜਾ ਕੇ ਛੱਡ ਰਹੇ ਨੇ, ਉਜਾੜੇ ਕਰ ਰਹੇ ਨੇ, ਘਰਾਂ ਦੇ ਵਿੱਚ ਸੂਰ ਪਾਲ ਲਏ ਤੇ ਤੜਕੇ ਬਾਹਰ ਕੱਢ ਦਿੰਦੇ ਆ ਜਿੱਥੇ ਮਰਜ਼ੀ ਜਾਓ। ਇਸੇ ਤਰ੍ਹਾਂ ਸਾਡੇ ਸਤਿਕਾਰਤ ਪਸ਼ੂ ਗਊ ਮਾਤਾ ਨਾਲ ਵੀ ਹੋ ਰਿਹਾ ਹੈ। ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ। ਰਾਤ ਮੈਂ ਇੱਕ ਕਲਿੱਪ ਦੇਖ ਰਿਹਾ ਸੀ ਜਿਹਦੇ ਵਿੱਚ ਅਸਰਾਨੀ ਤੇ ਕਾਦਰ ਖਾਂ, ਅਨੂਪਮ ਖੇਰ, ਪਾਥੀਆਂ ਕੰਧ ਦੇ ਉੱਤੇ ਲੱਗੀਆਂ ਹੋਈਆਂ ਨੇ। ਉਹਨਾਂ ਨੂੰ ਦੇਖ ਕੇ ਅਸਰਾਨੀ ਕਹਿੰਦਾ ਹੈ ਅਨੂਪਮ ਖੇਰ ਨੂੰ, ਪੁਲਿਸ ਵਾਲਾ ਹੁੰਦਾ ਹੈ, ਕਹਿੰਦਾ ਤੈਨੂੰ ਹੈਰਾਨੀ ਕੀ ਹੋਈ, ਤੂੰ ਕੁੜੀ ਨੂੰ ਦੇਖਦਾ ਹੈ? ਕਹਿੰਦਾ ਕੁੜੀ ਨੂੰ ਨਹੀਂ ਦੇਖਦਾ। ਕਹਿੰਦਾ ਫੇਰ ਕੀ ਦੇਖਦਾ ਤੂੰ? ਕਹਿੰਦਾ ਮੈਂ ਇਹ ਦੇਖ ਰਿਹਾ। ਕਹਿੰਦਾ ਉਹ ਤਾਂ ਗਊ ਮਾਤਾ ਦੀਆਂ ਪਾਥੀਆਂ ਨੇ। ਕਹਿੰਦਾ ਇਹੀ ਤਾਂ ਮੈਂ ਦੇਖ ਰਿਹਾ ਵੀ ਗਊ ਮਾਤਾ ਨੇ ਪਾਥੀਆਂ ਗੋਬਰ ਉੱਥੇ ਕੀਤਾ ਕਿਵੇਂ। ਇੱਕ ਕਾਮੇਡੀ ਦੇ ਰੂਪ ਦੇ ਵਿੱਚ ਉਹ ਕਾਫੀ ਕੁਝ ਉਹਦੇ 'ਚ ਬਿਆਨ ਕਰ ਗਿਆ। ਤੇ ਜਿਹੜਾ ਬਿਨਾਂ ਜ਼ਿੰਮੇਵਾਰੀਆਂ, ਨਾ ਕੋਈ ਸਰਪੰਚ ਜ਼ਿੰਮੇਵਾਰੀ ਉੱਠਦਾ, ਨਾ ਕਾਉਂਸਲਰ ਜ਼ਿੰਮੇਵਾਰੀ ਉੱਠਦਾ, ਨਾ ਕਾਰਪੋਰੇਸ਼ਨ ਵਾਲੇ ਜ਼ਿੰਮੇਵਾਰੀ ਨਿਭਾ ਰਹੇ ਨੇ। ਜੇ ਤੁਸੀਂ ਇਹੀ ਧਮੱਚੜ ਇਸੇ ਤਰ੍ਹਾਂ ਪਾਇਆ, ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ, ਜਿਹੜੇ ਪਸ਼ੂ ਬਚ ਗਏ, ਇਹ ਬਿਮਾਰੀ ਉਧਰ ਨੂੰ ਵੀ ਜਾਊਗੀ। ਨਾ ਸਰਕਾਰ ਗੰਭੀਰ ਹੈ, ਨਾ ਲੋਕ ਗੰਭੀਰ ਨੇ, ਨਾ ਆਗੂ ਗੰਭੀਰ ਨੇ, ਨਾ MLA, ਨਾ ਮੰਤਰੀ, ਨਾ ਸੰਤਰੀ, ਤੇ ਨਾ ਆਮ ਲੋਕ। ਅੱਖ ਬਚਾਉਂਦੇ ਨੇ, ਜਾ ਕੇ ਸੁੱਟੇ ਆਉਂਦੇ ਨੇ। ਇਹਦਾ ਪ੍ਰਬੰਧ ਡਿਪਟੀ ਕਮਿਸ਼ਨਰ ਕਾਹਦੇ ਵਾਸਤੇ ਬੈਠੇ ਨੇ? ਨਗਰ ਕਾਰਪੋਰੇਸ਼ਨਾਂ ਦੇ ਕਮਿਸ਼ਨਰ ਤੇ ਹੋਰ ਵੱਡੇ ਵੱਡੇ ਅਧਿਕਾਰੀ ਕਾਹਦੇ ਵਾਸਤੇ ਬੈਠੇ ਨੇ? ਜੇ ਇਹਨਾਂ ਨੇ ਆਪਣੀ ਡਿਊਟੀ ਪੂਰੀ ਨਹੀਂ ਕਰਨੀ, ਇਹ ਜਿਹੜਾ ਥਾਂ ਥਾਂ ਤੇ ਸੁੱਟਿਆ ਜਾ ਰਿਹਾ ਹੈ। ਹੁਣ ਤਾਂ ਸਰਕਾਰ ਨੇ ਆਦੇਸ਼ ਦੇ ਦਿੱਤੇ, ਉਹ ਸੂਰ ਦਾ ਮੁਆਵਜ਼ਾ ਦੇਵਾਂਗੇ ਜਿਨ੍ਹਾਂ ਸੂਰਾਂ ਨੂੰ ਤੁਰੰਤ ਜਿਹੜੇ ਇਸ ਬਿਮਾਰੀ ਦੀ ਲਪੇਟ 'ਚ ਆਇਆ ਉਹਨਾਂ ਨੂੰ ਮਾਰ ਦਿੱਤਾ ਜਾਵੇ।
ਅੱਜ ਤਾਂ ਤੁਸੀਂ ਪਸ਼ੂਆਂ ਦੀ ਗੱਲ ਕਰਦੇ ਹੋ, ਕੱਲ੍ਹ ਨੂੰ ਕਿਤੇ ਇਹ ਬੰਦਿਆਂ ਨੂੰ ਨਾ ਪੈ ਜਾਵੇ ਤੇ ਫਿਰ ਬਚਾਉਣਾ ਬਹੁਤ ਮੁਸ਼ਕਲ ਹੋ ਜਾਵੇਗਾ। ਅਜੇ ਹੁਣੇ ਅਸੀਂ ਚੰਦ ਸਾਲ 2 ਸਾਲ ਪਹਿਲਾਂ ਕਰੋਨਾ ਮਹਾਮਾਰੀ ਚੋਂ ਲੰਘ ਕੇ ਹਟੇ ਹਾਂ, ਪਰ ਅਜੇ ਸਬਕ ਕਿਸੇ ਨੇ ਕੋਈ ਸਿੱਖਿਆ ਨਹੀਂ। ਜੀ ਢਿੱਲੋਂ ਜੀ, ਦੇਸ਼ ਭਰ ਦੇ 1082 ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਿੱਤੇ ਗਏ ਰਾਸ਼ਟਰਪਤੀ ਪੁਲਿਸ ਮੈਡਲ। ਦੇਖੋ, ਇਹ 15 ਅਗਸਤ ਹੋਵੇ 26 ਜਨਵਰੀ ਹੋਵੇ, ਇਹਦੇ ਉੱਤੇ ਹਰ ਸਾਲ ਰਾਸ਼ਟਰਪਤੀ ਪੁਲਿਸ ਮੈਡਲਾਂ ਦੇ ਨਾਲ ਚੰਗੀ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਨੂੰ, ਕਰਮਚਾਰੀਆਂ ਨੂੰ ਸਨਮਾਨਿਆ ਜਾਂਦਾ ਹੈ। ਇਸ ਵਾਰ ਵੀ ਇਹਨਾਂ 1082 ਦੇ ਕਰੀਬ ਪੁਲਿਸ ਦੇ ਅਧਿਕਾਰੀਆਂ ਨੂੰ ਤੇ ਕਰਮਚਾਰੀਆਂ ਨੂੰ ਇਹਨਾਂ ਇਨਾਮਾਂ ਲਈ ਚੁਣਿਆ ਗਿਆ, ਜਿਨ੍ਹਾਂ ਨੇ ਚੰਗੀਆਂ ਕਾਰਗੁਜ਼ਾਰੀਆਂ ਕੀਤੀਆਂ ਸੀ। ਚਲੋ ਮਾੜੇ ਮੋਟੇ ਜਿਹੜੇ ਵੱਡੇ ਅਫਸਰਾਂ ਦੇ ਚਹੇਤੇ ਹੁੰਦੇ ਆ, ਉਹਨਾਂ ਨੂੰ ਵੀ ਦੇ ਦਿੱਤਾ ਜਾਂਦਾ ਹੈ। ਸਾਡੇ ਇੱਥੇ ਪੰਜਾਬ ਦੇ ਵਿੱਚ ADGP ਨੇ B ਚੰਦਰ ਸ਼ੇਖਰ, ਫਤਿਹਗੜ੍ਹ ਸਾਹਿਬ ਦੇ ਕਿਸੇ ਵੇਲੇ SSP ਹੁੰਦੇ ਸੀ, ਉਹਨਾਂ ਨੂੰ ਮਿਲਿਆ ਗਿਆ। ਜਤਿੰਦਰ ਸਿੰਘ ਔਲਖ ਕਈ ਜ਼ਿਲ੍ਹਿਆਂ ਦੇ ਵਿੱਚ SSP ਰਹਿ ਚੁੱਕੇ ਨੇ, IG ਰਹਿ ਚੁੱਕੇ ਨੇ, ਉਹਨਾਂ ਨੂੰ ਵੀ ਦਿੱਤਾ ਗਿਆ। ਇਸੇ ਤਰ੍ਹਾਂ COA ਸਟਾਫ ਪਟਿਆਲਾ ਦੇ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਹੋਰਾਂ ਨੂੰ ਵੀ ਇਹ ਪੁਰਸਕਾਰ ਮਿਲਿਆ। ਜਿਨ੍ਹਾਂ ਪੁਰਸਕਾਰਾਂ ਨੂੰ ਇਹ ਚੰਗੀ ਕਾਰਗੁਜ਼ਾਰੀ ਲਈ ਮਿਲਿਆ ਹੈ, ਉਹਨਾਂ ਤੋਂ ਦੂਜੇ ਲੋਕਾਂ ਦੇ ਵਿੱਚ ਫਿਰ ਹੱਲਾਸ਼ੇਰੀ ਆਉਂਦੀ ਹੈ ਕਿ ਮੈਂ ਵੀ ਉਸ ਪੱਧਰ ਤੇ ਕੰਮ ਕਰਾਂ। ਜੀ ਢਿੱਲੋਂ ਜੀ, ਜੋ ਪੰਜਾਬ ਸਰਕਾਰ ਦੇ ਵੱਲੋਂ ਸੂਬਾ ਭਰ ਦੇ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਗਏ ਨੇ, ਜੇਕਰ ਉਹਨਾਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਗਿਣਤੀ ਵੱਧ ਕੇ 100 ਹੋ ਚੁੱਕੀ ਹੈ। ਦੇਖੋ, ਮੁਹੱਲਾ ਕਲੀਨਿਕ ਇਹਨਾਂ ਨੇ ਖੋਲ੍ਹ ਤੇ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ 15 ਅਗਸਤ ਤੋਂ ਖੋਲਾਂਗੇ। 75 ਦੀ ਗੱਲ ਹੋਈ ਸੀ, ਹੁਣ 100 ਆ ਗਿਆ। ਪਰ ਦੂਜੇ ਪਾਸੇ 100 ਤੋਂ ਵੱਧ ਡਾਕਟਰਾਂ ਨੇ ਅਸਤੀਫੇ ਦਿੱਤੇ ਨੇ। ਕਿਸੇ ਨੇ ਸਵੈ ਇੱਛਾ ਨਾਲ ਰਿਟਾਇਰਮੈਂਟ ਲਈ। ਜੇ ਕੱਲ੍ਹ ਦੀ ਖਬਰ ਛਪੀ ਅੱਜ, ਪਹਿਲਾਂ ਰੋਪੜ ਤੋਂ ਛਪੀ ਸੀ ਕਿ ਬਠਿੰਡੇ ਦੇ ਵਿੱਚ ਵੀ ਡਾਕਟਰਾਂ ਨੇ ਅਸਤੀਫੇ ਦਿੱਤੇ ਨੇ। ਸਾਡੇ ਨਾਲ ਇੱਕ ਕਾਲਰ ਜੁੜੇ ਸੀਗੇ ਬਰਨਾਲਾ ਜ਼ਿਲ੍ਹੇ ਦੇ ਵਿੱਚ, ਉਹ ਕਹਿੰਦੇ ਵੀ ਮੈਂ ਮੁਹੱਲਾ ਕਲੀਨਿਕ ਦੇ ਵਿੱਚ ਗਿਆ, ਦਿਲ ਦਾ ਮਰੀਜ਼ ਆ, ਨਾ ਤਾਂ ਮੈਨੂੰ ਉੱਥੋਂ ਦਿਲ ਦੀ ਬਿਮਾਰੀ ਦੀ ਕੋਈ ਦਵਾਈ ਮਿਲ ਰਹੀ ਹੈ, ਨਾ ਬਰਨਾਲੇ ਤੋਂ ਮਿਲੀ, ਨਾ ਕਿਤੋਂ ਹੋਰ। ਸਾਡੇ ਸਿਹਤ ਮੰਤਰੀ ਜੋੜਾ ਮਾਜਰਾ ਸਾਹਿਬ ਨੂੰ ਇਹਨਾਂ ਤੇ ਵਿਸਥਾਰ ਦੇ ਵਿੱਚ ਜਾ ਕੇ ਪੜਤਾਲ ਕਰਨੀ ਚਾਹੀਦੀ ਹੈ ਕਿ ਜੇ ਇਹ ਦਵਾਈ ਨਹੀਂ ਮਿਲੀ, ਉਹ ਕਿਉਂ ਨਹੀਂ ਮਿਲ ਰਹੀ। ਇਹ ਵੀ ਚਰਚਾ ਹੈ ਕਿ ਜਿਹੜੇ ਚੱਲਦਾ ਸਿਸਟਮ ਸੀ, ਉਹਨਾਂ ਦਾ ਫੰਡ ਮੁਹੱਲਾ ਕਲੀਨਿਕਾਂ ਨੂੰ ਡਾਈਵਰਟ ਬਦਲ ਦਿੱਤਾ ਗਿਆ ਹੈ, ਜਿਹੜਾ ਕਿ ਬਹੁਤ ਗਲਤ ਹੈ। ਮੈਂ ਬੇਨਤੀ ਕਰਾਂਗਾ ਸਾਡੇ ਇਹਨਾਂ ਸਾਰਿਆਂ ਨੂੰ ਕਿ ਉਹ ਕਿਰਪਾ ਕਰਕੇ ਇਸ ਮਾਮਲੇ ਦੇ ਵਿੱਚ ਕੋਈ ਚੰਗੀ ਭੂਮਿਕਾ ਨਿਭਾਉਣ, ਤਾਂ ਜੋ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਚੰਗਾ ਜਿਹੜਾ ਹੈਗਾ ਪੂਰੀ ਤਿਆਰੀ ਦੇ ਨਾਲ ਇਹਦਾ ਨਿਰੀਖਣ ਕੀਤਾ ਜਾਵੇ ਕਿ ਦਵਾਈਆਂ ਕਿਉਂ ਨਹੀਂ ਮਿਲ ਰਹੀਆਂ, ਕਿਹੜੇ ਟੈਸਟ ਹੈ, ਜਾਂ ਹਰੇਕ ਮੁਹੱਲਾ ਕਲੀਨਿਕ ਦੇ ਬਾਹਰਲੇ ਪਾਸੇ ਲਿਖ ਦਿੱਤਾ ਜਾਵੇ ਕਿ ਇੱਥੇ ਆਹ ਟੈਸਟ ਉਪਲਬਧ ਨੇ, ਆਹ ਦਵਾਈਆਂ ਉਪਲਬਧ ਨੇ ਇਹਨਾਂ ਬਿਮਾਰੀਆਂ ਦੀਆਂ, ਤਾਂ ਕਿ ਉਹੀ ਲੋਕ ਉੱਥੇ ਜਾਣ ਜਿਹੜੇ ਲੋਕ ਉਸ ਤਰ੍ਹਾਂ ਦੇ ਨਾਲ ਪ੍ਰਭਾਵਿਤ ਨੇ। ਬਹੁਤ ਸਾਰੇ ਸਿਹਤ ਮਾਹਰਾਂ ਦਾ ਇਹ ਕਹਿਣਾ ਕਿ ਜਿਹੜੇ ਮੌਜੂਦਾ ਸਾਡੇ ਸਬ ਸੈਂਟਰ ਨੇ, ਪ੍ਰਾਇਮਰੀ ਹੈਲਥ ਸੈਂਟਰ, ਮੁੱਢਲੇ ਸਿਹਤ ਕੇਂਦਰ, ਤੇ ਉਹਨਾਂ ਨੂੰ ਜੇ ਡਿਵੈਲਪ ਕਰ ਲਿਆ ਜਾਂਦਾ, ਉਹਨਾਂ ਨੂੰ ਵਿਕਸਿਤ ਕਰ ਲਿਆ ਜਾਂਦਾ, ਤਾਂ ਮੇਰੇ ਹਿਸਾਬ ਨਾਲ ਉਹ ਕਿਤੇ ਜ਼ਿਆਦਾ ਵਧੀਆ ਹੋਣੇ ਸਨ। ਜੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜੋ ਚਿੱਠੀ ਲਿਖੀ ਹੈ, ਉਹ ਚਿੱਠੀ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਵੀ ਚਿੱਠੀ ਆਜ਼ਾਦੀ ਵਾਲੇ ਦਿਨ ਹੀ ਤੋਂ ਪਹਿਲਾਂ, ਜਦੋਂ ਬਾਬਾ ਬਕਾਲਾ ਰੱਖੜ ਪੁੰਨਿਆ ਸੀ, ਮਾਨ ਸਾਹਿਬ ਗਏ ਨੇ, ਉਸ ਦਿਨ ਉਹਨਾਂ ਨੂੰ ਮਿਲੇ ਵੀ ਹੈ ਤੇ ਇੱਕ ਚਿੱਠੀ ਲਿਖੀ ਆ ਉਹਨਾਂ ਨੇ ਜਥੇਦਾਰ ਸਾਹਿਬ ਨੂੰ। ਜਥੇਦਾਰ ਸਾਹਿਬ ਨੂੰ ਦਾਦੂਵਾਲ ਸਾਹਿਬ ਬਹੁਤ ਚਿਰ ਤੋਂ ਜਥੇਦਾਰ ਸਾਹਿਬ ਦੀ ਕਾਰਗੁਜ਼ਾਰੀ ਤੇ ਸਵਾਲ ਚੱਕ ਰਹੇ ਨੇ। 3 ਮਈ ਵਾਲੇ ਦਿਨ ਉਹਨਾਂ ਨੇ ਜਦੋਂ ਦਰਬਾਰ ਸਾਹਿਬ ਵਿਖੇ ਇਕੱਤਰਤਾ ਕੀਤੀ ਗਈ ਸੀ, ਜਿਹਦੇ ਵਿੱਚ ਲੋਕ ਸਭਾ ਦੇ ਮੈਂਬਰ ਤਾਜੇ ਸਿਮਰਨਜੀਤ ਸਿੰਘ ਮਾਨ, ਅਕਾਲੀ ਦਲ ਦੇ ਪ੍ਰਧਾਨ ਬਾਦਲ ਦੇ ਸੁਖਬੀਰ ਸਿੰਘ ਬਾਦਲ, ਸਰਨਾ ਭਰਾ ਮਨਜੀਤ ਸਿੰਘ ਜੀਕੇ, ਦੂਜੇ ਸ਼੍ਰੋਮਣੀ ਕਮੇਟੀ ਵਾਲੇ ਸਾਰੇ ਬੈਠੇ ਸੀ। ਉਸ ਵੇਲੇ ਸਾਰਿਆਂ ਦੀ ਹਾਜ਼ਰੀ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਸੀ ਕਿ ਜਥੇਦਾਰ ਜੀ, ਧਾਮੀ ਸਾਹਿਬ, ਤੁਸੀਂ ਇੱਕ ਪਰਿਵਾਰ ਦੀ ਸਰਪ੍ਰਸਤੀ ਛੱਡ ਦਿਓ, ਪੰਥਕ ਬਾਰੇ ਗੱਲਾਂ ਕਰੋ, ਅਸੀਂ ਨੰਗੇ ਪੈਰੀ ਤੁਹਾਡੇ ਨਾਲ ਚੱਲਣ ਨੂੰ ਤਿਆਰ ਹਾਂ। ਤੇ ਹੁਣ ਵੀ ਉਹਨਾਂ ਨੇ ਕਿਹਾ ਕਿ ਜਥੇਦਾਰ ਜੀ ਨੂੰ ਫਿਕਰ ਪਿਆ ਉਹ ਕਦੇ ਬਿਆਨ ਦਿੰਦੇ ਨੇ, ਸਿੱਖਾਂ ਦਾ ਨੁਕਸਾਨ ਕਰ ਰਹੇ ਨੇ। ਉਹਨਾਂ ਦੀ ਨਜ਼ਰ ਦੇ ਵਿੱਚ ਇੱਕ ਪਰਿਵਾਰ ਤੇ ਉਹਨਾਂ ਦੇ ਜਿਹੜੇ ਚੇਲੇ ਚਪਟੇ ਨੇ ਉਹੀ ਸਿੱਖ ਨੇ, ਬਾਕੀ ਸਿੱਖ ਨਹੀਂ ਹੈਗੇ। ਉਹਨਾਂ ਨੇ ਇਹ ਚਿੱਠੀ ਦੇ ਵਿੱਚ ਕਿਹਾ, ਜਿਹੜਾ ਬੜੀ ਤਰਥੱਲੀ ਮੱਚੀ ਹੈ ਚਿੱਠੀ ਨਾਲ, ਕਿ ਜਥੇਦਾਰ ਜੀ ਤੁਸੀਂ ਉਸ ਪਰਿਵਾਰ ਦੀ ਸਰਪ੍ਰਸਤੀ ਕਰਨੀ ਛੱਡ ਦਿਓ, ਪੰਥ ਦੀ ਸਰਪ੍ਰਸਤੀ ਕਰੋ। ਉਹਨਾਂ ਦੀ ਜੇ ਪੁਸ਼ਤ ਪਨਾਈ ਕਰੋਗੇ ਤਾਂ ਲੋਕਾਂ ਦੇ ਵਿੱਚ ਤੁਹਾਡੀ ਗੱਲ
ਚੰਗੀ ਨਹੀਂ ਜਾਣੀ। ਇਹੀ ਗੱਲ ਮੈਂ ਨਾਲ ਜੋੜਦਿਆਂ ਆਪਾਂ ਖਬਰ ਵੱਖਰੀ ਰੱਖੀ ਸੀ ਰੀਨਾ ਕਿ ਜਿਹੜਾ ਬਾਈਬਲ ਕਲਾਂ ਦੇ ਵਿੱਚ ਮੋਰਚਾ ਲੱਗਿਆ ਹੋਇਆ ਹੈਗਾ, ਉਸ ਮੋਰਚੇ ਦੇ ਵਿੱਚ ਜਿਹੜੀ 16 ਤਰੀਕ ਨੂੰ ਇਕੱਤਰਤਾ ਹੋਈ ਆ ਉੱਥੇ ਵੱਡੇ ਪੱਧਰ ਦੇ ਉੱਤੇ, ਉਹਨਾਂ ਨੇ ਵੀ ਜਥੇਦਾਰ ਸਾਹਿਬ ਨੂੰ ਆੜੇ ਹੱਥੀ ਲਿਆ ਕਿ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਇਹ ਸੰਸਥਾਵਾਂ ਦਾ ਭੂਮਿਕਾ ਜਿਹੜੀ ਹੈ ਬਹੁਤ ਪਤਲੀ ਹੋ ਚੁੱਕੀ ਹੈ, ਇਹਨਾਂ ਦੀ ਸਥਿਤੀ ਪਤਲੀ ਹੋ ਚੁੱਕੀ ਹੈ, ਤੇ ਜਿਹੜਾ ਉੱਥੇ ਮੋਰਚਾ ਲੱਗਿਆ ਹੋਇਆ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ ਤੇ ਜਿਹੜਾ ਗੋਲੀ ਕਾਂਡ ਦੇ ਵਿੱਚ ਜਿਹੜੀ ਜਿਨ੍ਹਾਂ ਦੀ ਤੁਸੀਂ ਸਰਪ੍ਰਸਤੀ ਕਰਦੇ ਹੋ ਉਹਨਾਂ ਦੀ ਅਣਪਛਾਤੀ ਪੁਲਿਸ ਨੇ ਉੱਥੇ ਗੋਲੀਆਂ ਚਲਾਈਆਂ ਸੀ, ਇਹ ਪੁਲਿਸ ਵੀ ਅਣਪਛਾਤੀ ਬਣ ਗਈ। ਉਹਨਾਂ ਨੇ ਜਥੇਦਾਰ ਸਾਹਿਬ ਨੂੰ ਇਸ ਵਾਰ ਬਹੁਤ ਸਖਤ ਸ਼ਬਦਾਂ ਦੇ ਵਿੱਚ ਕਿਹਾ ਕਿ ਤੁਸੀਂ ਜਦੋਂ ਤੱਕ ਇਹਨਾਂ ਦੀ ਸਰਪ੍ਰਸਤੀ ਕਰੋਗੇ, ਤੁਸੀਂ ਕੌਮ ਦੇ ਜਥੇਦਾਰ ਹੋ, ਜਥੇਦਾਰ ਵਾਲਾ ਕੰਮ ਕਰੋ। ਤੁਸੀਂ ਆਪਣੇ ਆਪ ਦੇ ਵਿੱਚ ਕਦੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ੍ਹ ਕੇ ਅਰਦਾਸ ਕਰੋ ਤੇ ਸੋਚੋ ਕਿ ਕੀ ਤੁਸੀਂ ਅਕਾਲ ਤਖਤ ਸਾਹਿਬ ਦਾ ਜਿਹੜੀ ਜਥੇਦਾਰ ਦੀ ਭੂਮਿਕਾ ਹੈ ਜੋ ਅਕਾਲੀ ਫੂਲਾ ਸਿੰਘ ਜਾਂ ਹੋਰਾਂ ਨੇ ਨਿਭਾਈ ਸੀ, ਕੀ ਤੁਸੀਂ ਅੱਜ ਉਹ ਕਰ ਰਹੇ ਹੋ। ਸੋ ਉਹਨਾਂ ਨੇ ਵੀ ਜਥੇਦਾਰ ਸਾਹਿਬ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਚੱਕੇ ਨੇ। ਇਹ ਵੀ ਸਵਾਲ ਚੱਕੇ ਗਏ ਨੇ ਦਾਦੂਵਾਲ ਸਾਹਿਬ ਤੇ ਹੋਰਨਾਂ ਵੱਲੋਂ ਕਿ ਤੁਸੀਂ ਕਿਹਾ ਸੀ ਕਿ ਉੱਥੋਂ ਇੱਕ ਚੈਨਲ ਖਤਮ ਕਰਕੇ ਉਹਦੀ ਥਾਂ ਦੇ ਉੱਤੇ YouTube ਚੈਨਲ ਸ਼੍ਰੋਮਣੀ ਕਮੇਟੀ ਆਪ ਦਾ ਬਣਾਵੇ ਤੇ ਦੂਜੇ ਪਾਸਿਓਂ ਜਿਹੜਾ ਸੈਟੇਲਾਈਟ ਚੈਨਲ ਹੈ ਉਹ ਵੀ ਸ਼੍ਰੋਮਣੀ ਕਮੇਟੀ ਆਪਣਾ ਚਲਾਵੇ, ਤੇ ਅਜੇ ਤੱਕ ਸ਼੍ਰੋਮਣੀ ਕਮੇਟੀ ਨੇ ਗੋੜੇ 'ਚੋਂ ਪੂਣੀ ਨਹੀਂ ਕੱਤੀ। ਤੇ ਤੁਸੀਂ ਗੱਲ ਕਰਦੇ ਹੋ ਕਿ ਦੂਜੇ ਤੁਹਾਡੀ ਗੱਲ ਮੰਨਣ, ਤੇ ਜਦੋਂ ਸ਼੍ਰੋਮਣੀ ਕਮੇਟੀ ਉਹ ਤੁਹਾਡੀ ਗੱਲ ਨਹੀਂ ਮੰਨਦੀ। ਅਜੇ ਕੱਲ੍ਹ ਦੀ ਗੱਲ ਹੈ ਜਦੋਂ ਬਡਾਲਾ ਸਾਹਿਬ ਤੇ ਹੋਰ 328 ਸਰੂਪਾਂ ਦੇ ਮਾਮਲੇ 'ਚ ਭਗਤ ਸੰਗਰੂਰ ਦੇ ਵਿੱਚ ਆ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਮੂਹਰੇ ਧਰਨਾ ਦੇ ਕੇ ਬੈਠ ਗਏ। ਜੀ, ਕਿਸਾਨ ਜਥੇਬੰਦੀ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਜਥੇਬੰਦੀ ਦਾ ਲਖੀਮਪੁਰ ਖੀਰੀ ਦੇ ਵਿੱਚ 72 ਘੰਟੇ ਦਾ ਧਰਨਾ ਸਮਾਪਤ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਮੰਚ ਤੇ ਆ ਕੇ ਇਹਨਾਂ ਨੂੰ ਭਰੋਸਾ ਦਿੱਤਾ ਹੈ। ਜਿਹੜਾ ਜ਼ਿਲ੍ਹਾ ਮੈਜਿਸਟ੍ਰੇਟ ਨੇ ਉਹਨਾਂ ਦਾ ਨਾਮ ਆ ਮਹਿੰਦਰ ਬਹਾਦਰ। ਟਕੈਤ ਸਾਹਿਬ ਨੇ ਪਰਸੋਂ ਬਹੁਤ ਸਖਤ ਸ਼ਬਦਾਂ 'ਚ ਚੇਤਾਵਨੀ ਦਿੱਤੀ ਸੀਗੀ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ। 72 ਘੰਟੇ ਉਹਨਾਂ ਦਾ ਧਰਨਾ ਸੀ, ਜਿਹਦੇ ਵਿੱਚ ਸਭ ਤੋਂ ਮੁੱਖ ਮੰਗ ਹੈ ਉਹਨਾਂ ਦੀ ਕਿ ਕੇਂਦਰ ਦਾ ਜਿਹੜਾ ਗ੍ਰਹਿ ਰਾਜ ਮੰਤਰੀ ਹੈ ਅਜੇ ਮਿਸ਼ਰ ਟੈਣੀ, ਜਿਹਦੇ ਮੁੰਡੇ ਨੇ 3 ਅਕਤੂਬਰ 2021 ਨੂੰ ਚੰਦ ਚੜਾਇਆ, ਜਾ ਰਹੇ ਕਿਸਾਨਾਂ ਦੇ ਉੱਤੇ ਗੱਡੀਆਂ ਚੜਾਤੀਆਂ, ਜਿਹਦੇ ਵਿੱਚ 4 ਕਿਸਾਨ, 1 ਪੱਤਰਕਾਰ ਤੇ ਬਾਅਦ ਦੇ ਵਿੱਚ ਭੜਕੀ ਭੀੜ ਦੇ ਹੱਥੋਂ 3 ਭਾਜਪਾ ਦੇ ਕਾਰਕੁਨ ਵੀ ਮਾਰੇ ਗਏ ਸਨ। ਇੱਕ ਤਾਂ ਉਹਦੀ ਗ੍ਰਿਫਤਾਰੀ, ਦੂਜਾ ਘੱਟੋ ਘੱਟ ਸਮਰਥਨ ਮੁੱਲ ਤੇ ਗਰੰਟੀ, ਤੀਜਾ ਬਿਜਲੀ ਸੋਧ ਬਿੱਲ 2022 ਜਿਹੜਾ ਲੋਕ ਸਭਾ ਦੇ ਵਿੱਚ ਲਿਆਂਦਾ ਤਾਂ ਗਿਆ ਪਰ ਹਾਲ ਦੀ ਘੜੀ ਉਹ ਸਟੈਂਡਿੰਗ ਕਮੇਟੀ ਵੱਲ ਨੂੰ ਤੋੜ ਦਿੱਤਾ ਗਿਆ। ਇਹ ਸਾਰਿਆਂ ਦੇ ਲੈ ਕੇ ਉਹਨਾਂ ਨੇ ਭਰੋਸਾ ਦਿੱਤਾ ਕਿ ਸਤੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਅਸੀਂ ਤੁਹਾਡੀ ਗੱਲਬਾਤ ਸਰਕਾਰ ਦੇ ਨਾਲ, ਕੇਂਦਰ ਦੇ ਨਾਲ ਕਰਵਾ ਦੇਵਾਂਗੇ। ਸੋ ਜਿਹੜਾ ਇਹ ਮਾਮਲਾ ਕੱਲ੍ਹ ਵਾਲਾ ਹੈ ਰੀਨਾ ਜੀ, ਇਹ ਕੱਲ੍ਹ ਨੂੰ MSP ਤੇ ਜਿਹੜੀ ਕਮੇਟੀ ਬਣਾਈ ਹੈ ਕੇਂਦਰ ਸਰਕਾਰ ਨੇ, ਭਾਵੇਂ ਉਹਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਹੈ ਨਹੀਂ, ਕੁਝ ਅਖੌਤੀ ਜਥੇਬੰਦੀਆਂ ਦੇ ਹੈਗੇ ਨੇ, ਉਹਦੇ ਵਿੱਚ ਕੱਲ੍ਹ ਨੂੰ ਇੱਕ ਮੀਟਿੰਗ ਹੈ। ਦੇਖੋ ਉਸ ਮੀਟਿੰਗ 'ਚੋਂ ਕੀ ਨਿਕਲਦਾ। ਗੁਜਰਾਤ ਸਰਕਾਰ ਨੇ ਬਿਲਕਿਸ ਬਾਨੋ ਦੇ ਮਾਮਲੇ ਦੇ ਵਿੱਚ ਜਿਹੜੇ 11 ਦੋਸ਼ੀ ਨੇ ਉਹਨਾਂ ਨੂੰ ਛੱਡਿਆ ਤਾਂ ਜਿਸ ਨੂੰ ਲੈ ਕੇ ਚਾਰੇ ਪਾਸੇ ਦੀ ਚਰਚਾ ਹੋ ਰਹੀ ਹੈ। ਇਹ ਬਹੁਤ ਵੱਡੇ ਪੱਧਰ ਦੇ ਉੱਤੇ ਚਰਚਾ, ਤੇ ਦੂਜੇ ਪਾਸੇ ਜਿਹੜੇ ਉਹਨਾਂ ਦੇ 3 ਵਿਧਾਇਕ ਨੇ, ਇਹਨਾਂ ਵਿਧਾਇਕਾਂ ਦਾ ਨਾਮ ਹੈਗਾ ਗਿਆਸਦੀਨ ਸੇਖਾ, ਇਮਰਾਨ ਖੇੜੇਵਾਲਾ, ਜਾਵੇਦ ਪੀਰਜ਼ਾਦਾ। ਇਹਨਾਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਇੱਕ ਪੱਤਰ ਲਿਖਿਆ। ਇਸ ਤੋਂ ਇਲਾਵਾ 15 ਅਗਸਤ ਵਾਲੇ ਦਿਨ ਜਦੋਂ ਪ੍ਰਧਾਨ ਮੰਤਰੀ ਸਾਹਿਬ ਔਰਤਾਂ ਦੇ ਸਨਮਾਨ ਦੀ ਗੱਲ ਕਰ ਰਹੇ ਸਨ ਤੇ ਲੋਕਾਂ ਨੇ, ਵਿਰੋਧੀ ਧਿਰ ਵਾਲਿਆਂ ਨੇ ਇਹ ਮਾਮਲੇ ਨੂੰ ਉਸ ਵੇਲੇ ਚੁੱਕ ਲਿਆ ਜਦੋਂ ਗੁਜਰਾਤ ਦੀ ਸਰਕਾਰ ਨੇ ਇਸ ਬੀਬੀ ਜਿਹੜੀ ਬਿਲਕਿਸ ਬਾਨੋ ਉਹਦੇ ਮਾਮਲੇ ਦੇ ਵਿੱਚ ਉਹਨਾਂ ਨੇ ਵੱਡੇ ਪੱਧਰ ਦੇ ਉੱਤੇ ਕਿ 11 ਬੰਦਿਆਂ ਨੂੰ ਛੱਡ ਦਿੱਤਾ ਗਿਆ ਕਿਉਂਕਿ ਸਰਕਾਰ ਕੋਲੇ ਅਧਿਕਾਰ ਹੈ, ਤੇ ਉਹਨਾਂ ਨੇ ਜਿਹੜਾ ਧਮੱਚੜ ਪਾਇਆ ਉਹਨਾਂ ਤੇ ਫੁੱਲ ਬਰਸਾਏ ਜਾ ਰਹੇ ਨੇ ਜਿਵੇਂ ਪਾਣੀਪਤ ਦੀ ਤੀਜੀ ਲੜਾਈ ਜਿੱਤ ਕੇ ਆਏ ਸੀ। ਹੋਰ ਬੜਾ ਕੁਝ ਕੀਤਾ ਜਾ ਰਿਹਾ ਹੈ। ਇਹ ਲੋਕਤੰਤਰ ਦੇ ਵਿੱਚ ਅੱਗੇ ਚੋਣਾਂ ਨੇ, ਤੇ ਜਦੋਂ ਕਿਸੇ ਨੂੰ ਰਾਜ ਸੱਤਾ ਜ਼ਿਆਦਾ ਚੜ੍ਹ ਜਾਵੇ ਤੇ ਹੋਇਆ ਕਿੱਥੇ ਹੈ, ਉਸ ਗੁਜਰਾਤ
ਉਹਨਾਂ ਗੁਜਰਾਤੀਆਂ ਨੇ। ਇਹ 2002 ਜਾਂ 2003 ਦਾ ਮਾਮਲਾ ਹੈ, ਜਦੋਂ ਉੱਥੇ ਗੋਦਰਾ ਕੱਢ ਵਾਪਰਿਆ ਸੀ। ਉਸ ਤੋਂ ਬਾਅਦ ਇਸ ਬੀਬੀ ਬਿਲਕਿਸ ਬਾਨੋ ਨਾਲ ਜੋ ਕੁਝ ਵਾਪਰਿਆ ਸਾਰਿਆਂ ਨੂੰ ਪਤਾ, ਉਹਨੂੰ ਨਿਰਵਸਤਰ ਕਰ ਦਿੱਤਾ ਗਿਆ ਸੀ। ਬਾਅਦ ਦੇ ਵਿੱਚ ਜਿਹੜੇ ਕਬੈਲੀ ਲੋਕ ਸੀ ਉਹਨਾਂ ਨੇ ਉਹਦਾ ਤਨ ਢੱਕਿਆ। ਉਹਦੀ 3 ਸਾਲ ਦੀ ਲੜਕੀ ਵੀ ਮਾਰ ਦਿੱਤੀ ਗਈ ਸੀ, ਪਰਿਵਾਰ ਦੇ ਜੀਅ ਵੀ ਮਾਰ ਦਿੱਤੇ ਗਏ ਸਨ। ਇੱਕ ਇਹੋ ਜਿਹਾ ਲੋਕਤੰਤਰ ਹੈ ਜਿਹਦੇ ਵਿੱਚ ਇਹ ਲੋਕ ਉਹਨਾਂ ਨੂੰ ਛੱਡਦੇ ਹੈ। ਇੱਥੇ ਹੀ ਬਸ ਨਹੀਂ, ਇੱਕ 20 ਸਾਲ ਤੋਂ ਲੁਧਿਆਣੇ ਦੇ ਪਰਿਵਾਰ ਨੇ ਕੇਸ ਲੜਿਆ। ਯੂਪੀ ਦੇ ਵਿੱਚ ਜਾ ਕੇ ਲੁਧਿਆਣਾ ਦੇ ਇੱਕ ਨੌਜਵਾਨ ਦਾ ਝੂਠਾ ਮੁਕਾਬਲਾ ਬਣਾਏਗਾ। 5 ਪੁਲਿਸ ਕਰਮਚਾਰੀਆਂ ਨੂੰ ਉਹਦੇ ਵਿੱਚ ਸਜ਼ਾ ਹੋਈ 5-5 ਸਾਲ ਦੀ। ਤੇ ਆ ਜਿਹੜੇ ਸਾਡੇ ਵਾਲੇ ਨੇ ਇੱਕ ਦੂਜੇ ਵੱਲ ਉਂਗਲਾਂ ਕਰਦੇ ਐ। ਇਹਨਾਂ ਨੇ ਰეკਮੈਂਡ ਕਰਤਾ, ਰეკਮੈਂਡ ਹੋਇਆ ਅਕਾਲੀ ਭਾਜਪਾ ਸਰਕਾਰ ਵੇਲੇ, ਉਸ ਵੇਲੇ ਦੇ ਗ੍ਰਹਿ ਮੰਤਰੀ, ਤੇ ਛੱਡੇ ਗਏ ਕੈਪਟਨ ਅਮਰਿੰਦਰ ਸਿੰਘ ਵੇਲੇ। ਰਾਜਪਾਲ ਨੇ ਉਹਨਾਂ ਨੂੰ ਛੱਡਤਾ। ਇਹ ਰਾਜਸੀ ਲੋਕ, ਇਹਨਾਂ ਨੂੰ ਦੁੱਖ ਦਰਦ ਹੈ ਉਹ ਨਹੀਂ। ਤੇ ਹੁਣ ਜਿਹੜਾ ਇਹ ਛੱਡ ਦਿੱਤਾ ਗਿਆ, ਇਹਨਾਂ ਵਿਧਾਇਕਾਂ ਨੇ ਦ੍ਰੋਪਦੀ ਮੁਰਮੂ ਸਾਹਿਬ ਤੋਂ ਟਾਈਮ ਮੰਗਿਆ ਕਿ ਸਾਨੂੰ ਸਮਾਂ ਦਿਓ, ਤੁਸੀਂ ਇਹ ਸਜ਼ਾ ਉਹਨਾਂ ਦੀ ਰੱਦ ਕਰੋ। ਇਹ ਚੀਜ਼ ਦੇ ਨਾਲ ਜਿਹੜਾ ਬੜਾਵਾ ਮਿਲੇਗਾ ਅਪਰਾਧ ਨੂੰ, ਜਿਹੜਾ ਕਿ ਗਲਤ ਗੱਲ ਹੈ। ਪਰ ਇਹ ਕਦੋਂ ਸੋਚਣ ਕਿ ਇਹ ਅਪਰਾਧੀਆਂ ਦਾ ਬੋਲਬਾਲਾ ਲੋਕ ਸਭਾ ਵਿਧਾਨ ਸਭਾ ਦੇ ਵਿੱਚ ਵੱਧਦਾ ਜਾ ਰਿਹਾ ਹੈ। 2014 ਦੇ ਵਿੱਚ ਜਦੋਂ ਬਦਲਾਅ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ, 183 ਲੋਕ ਆ ਗਏ ਲੋਕ ਸਭਾ ਦੇ ਵਿੱਚ ਜਿਨ੍ਹਾਂ ਤੇ ਅਪਰਾਧਿਕ ਮਾਮਲੇ ਦਰਜ ਸੀ। 2019 ਦੀਆਂ ਚੋਣਾਂ ਦੁਬਾਰਾ ਹੋਈਆਂ, ਇਹ ਗਿਣਤੀ ਵੱਧ ਕੇ 233 ਹੋ ਗਈ, 50 ਵੱਧ ਗਏ। ਤੇ ਕਿਤੇ ਇਹ ਨਾ ਹੋਵੇ 2024 ਦੇ ਵਿੱਚ ਇਹ 50 ਹੋਰ ਵੱਧ ਕੇ 283 ਹੋ ਜਾਣ, ਫਿਰ ਬਹੁਤ ਮਤ ਇਹਨਾਂ ਦਾ ਹੋ ਜਾਏਗਾ ਇਸ 273 ਵਾਲੀ ਲੋਕ ਸਭਾ ਦੇ ਵਿੱਚ। ਸੋ ਜਿਸ ਤਰੀਕੇ ਨਾਲ ਇਹ ਬੋਲਬਾਲਾ ਵੱਧ ਰਿਹਾ ਹੈ, ਇਹ ਚਿੰਤਾ ਦਾ ਵਿਸ਼ਾ ਹੈ। ਜੀ, ਗੱਲ ਕਰਾਂਗੇ ਬਿਕਰਮ ਮਜੀਠੀਆ ਨੂੰ ਲੈ ਕੇ ਕਿ ਬਿਕਰਮ ਮਜੀਠੀਆ ਦੇ ਵੱਲੋਂ ਜ਼ਮਾਨਤ ਤੋਂ ਬਾਅਦ ਜਦੋਂ ਬਾਹਰ ਆਏ, ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਬਦਲਾਖੋਰੀ ਦੀ ਨੀਤੀ ਦੇ ਤਹਿਤ ਹੀ ਉਸ ਦੇ ਉੱਤੇ ਇਹ ਮਾਮਲਾ ਛੋੜਾ ਦਰਜ ਉਹ ਕਰਵਾਇਆ ਗਿਆ ਸੀ। ਦੇਖੋ, ਬਿਕਰਮ ਮਜੀਠੀਆ ਨੂੰ ਜ਼ਮਾਨਤ ਦਿੱਤੀ ਗਈ ਅਦਾਲਤ ਵੱਲੋਂ। ਜ਼ਮਾਨਤ ਉਹਨਾਂ ਦਾ ਅਧਿਕਾਰ ਹੈ, ਉਹਨਾਂ ਨੂੰ ਦਿੱਤੀ ਜਾ ਸਕਦੀ ਹੈ। ਕਾਨੂੰਨ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ। ਉਹ 2-4 ਦਿਨ ਚੁੱਪ ਰਹਿਣ ਤੋਂ ਬਾਅਦ ਫਿਰ ਉਹਨਾਂ ਨੇ ਚੰਡੀਗੜ੍ਹ ਤੋਂ ਆਪਣੇ ਲਾਮ ਲਸ਼ਕਰ ਦੇ ਨਾਲ ਇੱਕ ਯਾਤਰਾ ਕੱਢੀ। ਪਹਿਲਾਂ ਖਟਕੜ ਕਲਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਿਹੜੀ ਉਹਨਾਂ ਦੀ ਸਮਾਧ ਹੈ ਉੱਥੇ ਨਤਮਸਤਕ ਹੋਏ ਉਹਨਾਂ ਦੀ ਯਾਦਗਾਰ ਦੇ ਸਾਹਮਣੇ। ਫਿਰ ਉਹ ਅੰਮ੍ਰਿਤਸਰ ਦੇ ਗੋਲਡਨ ਗੇਟ, ਸੁਨਹਿਰੀ ਗੇਟ ਦੇ ਤੱਕ ਪਹੁੰਚੇ। ਅਗਲੇ ਦਿਨ ਉਹਨਾਂ ਨੇ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੋਏ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਚਰਨਜੀਤ ਸਿੰਘ ਚੰਨੀ ਤੇ ਤੰਜ ਕੱਸਿਆ ਕਿ ਮੇਰੇ ਤੇ ਇਹ ਬਦਲਾਖੋਰੀ ਨਾਲ ਕੀਤਾ, ਜਿਹਨੇ ਸਭ ਤੋਂ ਵੱਧ ਕੀਤਾ, ਮੈਂ ਤਾਂ ਉਹਦੀ ਵੀ ਅਰਦਾਸ ਮੰਗਦਾ, ਸੁੱਖ ਮੰਗਾ। ਜਿਵੇਂ ਕਹਿੰਦੇ ਆ ਵੀ ਹੰਸਰਾਜ ਹੰਸ ਸਾਹਿਬ ਦਾ ਗੀਤ ਹੈ ਨਾ, ਨਿਤ ਖੈਰ ਮੰਗਾ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ। ਤੇ ਉਹ ਕਹਿੰਦੇ ਮੈਂ ਤਾਂ ਸਿੱਧੂ ਵਾਸਤੇ ਵੀ ਦੁਆ ਮੰਗਦਾ ਵੀ ਉਹ, ਪਰ ਉਹ ਕਹਿੰਦਾ ਕੰਧਾਂ ਨਦੀਆਂ ਨਾਲ ਸਿਰ ਮਾਰਦਾ ਫਿਰਦਾ ਹੈਗਾ। ਉਹਨਾਂ ਨੇ ਕਿਹਾ ਕਿ ਉੱਥੇ ਬਹੁਤ ਸਾਰੇ ਹੋਰ ਵੀ ਲੋਕ ਨੇ। ਇਹ ਬਦਲਾਖੋਰੀ ਹੈ, ਪਤਾ ਨਹੀਂ ਅੱਜ ਤਾਂ ਜ਼ਮਾਨਤ ਮਿਲੀ ਹੈ, ਇਹ ਕੇਸ ਨੇ ਚੱਲਣਾ ਹੈ। ਇਹਦੇ ਵਿੱਚ ਜਿਹੜੀ ਸੀਲ ਰਿਪੋਰਟ ਹੈ ਹਰਪ੍ਰੀਤ ਸਿੱਧੂ ਵਾਲੀ, ਉਹ ਵੀ ਬਾਹਰ ਨਹੀਂ ਆਈ। ਪਿਛਲੇ ਵਾਰ ਸੀ ਉਦੋਂ ਜੱਜ ਸਾਹਿਬ ਨੇ ਆਪਣੇ ਆਪ ਨੂੰ ਪਾਸੇ ਕਰ ਲਿਆ। ਸੋ ਸਾਨੂੰ ਉਮੀਦ ਰੱਖਣੀ ਚਾਹੀਦੀ ਹੈ ਜਦੋਂ ਇਹ ਕੇਸ ਆਵੇਗਾ। ਹਾਲ ਦੀ ਘੜੀ ਮਜੀਠੀਆ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਬਦਲਾਖੋਰੀ ਤਹਿਤ ਇਸ ਮਾਮਲੇ 'ਚ ਫਸਾਇਆ ਗਿਆ। ਜੀ, ਗੱਲ ਕਰਾਂਗੇ ਆਪ ਵਿਧਾਇਕ ਪਠਾਨ ਮਾਜਰਾ ਨੂੰ ਲੈ ਕੇ ਜੋ ਕਿ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆਏ ਨੇ। ਬਿਲਕੁਲ ਜੀ, ਉਹ ਕਹਿੰਦੇ ਕਿ ਇੱਥੇ ਜਿਹੜੇ ਵਿਧਾਇਕ ਨੇ ਉਹ ਦੂਜੇ ਵਿਆਹਾਂ ਵਾਲੇ ਪਾਸੇ ਨੂੰ ਤੁਰਦੇ। ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਤੰਜ ਕੱਸਿਆ। ਪਠਾਨ ਮਾਜਰਾ ਸਾਹਿਬ ਸਨੌਰ ਦੇ ਵਿਧਾਇਕ ਨੇ, ਉਹਨਾਂ ਨੇ ਆਪਣੀਆਂ ਸਫਾਈਆਂ ਵੀ ਦਿੱਤੀਆਂ ਨੇ ਕਿ ਗੁਰਪ੍ਰੀਤ ਕੌਰ ਦੇ ਨਾਲ ਉਹਨਾਂ ਦੇ ਕਿਹੋ ਜਿਹੇ ਸੰਬੰਧ ਸੀ। ਤੇ ਇਹ ਵੀ ਕਹਿੰਦੇ ਆ ਕਿ ਪੰਚਾਇਤੀ ਤੌਰ ਤੇ ਮੈਂ ਆਪਦੀ ਜਿਹੜੀ ਪਹਿਲੀ ਘਰ ਵਾਲੀ ਹੈ ਉਹਨਾਂ ਨੂੰ ਵੀ ਸਾਰਾ ਕੁਝ ਦੱਸ ਚੁੱਕਿਆ ਸੀ। ਇਹ ਉਹਨਾਂ ਦਾ ਨਿੱਜੀ ਮਾਮਲਾ ਹੈ। ਲੇਕਿਨ ਪਾਰਟੀ ਦੇ ਤੌਰ ਤੇ ਅਜੇ ਤੱਕ ਨਾ ਭਗਵੰਤ ਸਿੰਘ ਮਾਨ ਨਾ ਕਿਸੇ ਹੋਰ ਨੇ, ਜਦੋਂ ਪਠਾਨ ਸਾਹਿਬ ਮਾਜਰਾ ਸਾਹਿਬ ਇਹ ਕਹਿੰਦੇ ਨੇ ਕਿ ਮੈਂ ਜਦੋਂ ਮੈਨੂੰ ਟਿਕਟ ਦਿੱਤੀ ਗਈ ਹੈ ਮੈਂ ਮਨੀਸ਼ ਸਿਸੋਦੀਆ ਤੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਨੂੰ ਸਾਰੀ ਸਥਿਤੀ ਸਪਸ਼ਟ ਕਰ ਦਿੱਤੀ ਗਈ ਸੀ। ਉਹਨਾਂ ਤੇ ਇੱਕ ਹੋਰ ਮਾਮਲਾ ਵੀ ਹੈਗਾ, ਬਰਨਾਲੇ ਦੀ ਅਦਾਲਤ ਵੱਲੋਂ ਕੋਈ ਚੈੱਕ ਦਾ ਭੁਗਤਾਨ ਨਹੀਂ ਹੋਇਆ ਸੀ, ਉਹ ਮਾਮਲਾ ਵੀ ਚੱਲ ਰਿਹਾ ਹੈ। ਇਹਦੇ ਤੇ ਤਾਂ ਹੁਣ ਆਮ ਆਦਮੀ ਪਾਰਟੀ ਵਾਲੇ ਹੀ ਦੱਸਣ ਕਿ ਉਹਨਾਂ ਨੇ ਕੀ ਕਰਨਾ ਹੈ। ਲੇਕਿਨ
ਪਿਛਲੇ ਹਫ਼ਤੇ ਦੇ ਵਿੱਚ ਇਹ ਖਬਰ ਵੀ ਬਹੁਤ ਵੱਡੇ ਚਰਚਾ ਦਾ ਵਿਸ਼ਾ ਬਣੀ ਰਹੀ। ਜੀ ਢਿੱਲੋਂ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਮਿਹਰਬਾਨੀ ਜੀ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਲੈ ਕੇ, ਜਿਸ ਦੇ ਵਿੱਚ ਪੂਰੇ ਹਫ਼ਤੇ ਭਰ ਦੀਆਂ ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦੇ ਇਜਾਜ਼ਤ। ਸਤਿ ਸ਼੍ਰੀ ਅਕਾਲ।